ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 420 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ 17ਵੀਂ ਤੇ 18ਵੀਂ ਅਸ਼ਟਪਦੀ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਕਿਆ ਜੰਗਲ ਢੂੰਡੀ ਜਾਏ ਮੈਂ, ਘਰ ਬਾਨ ਹਰਿਆਵਲਾ। ਇੱਥੇ ਢੂੰਡੀ ਦਾ ਅਰਥ ਮੈਂ ਦੇ ਨਾਲ ਹੈ, ਮੈਂ ਢੂੰਡਾਂ। ਕਹਿੰਦੇ ਜਦੋਂ ਰੱਬੀ ਉਪਦੇਸ਼ ਅਸੀਂ ਸਮਝਦੇ ਹਾਂ, ਸੁਣਦੇ ਹਾਂ, ਰੱਬੀ ਉਪਦੇਸ਼ ਗੁਰਬਾਣੀ ਵਿੱਚੋਂ ਵੀ ਸਮਝ ਆਉਂਦੀ ਹੈ, ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਭਗਤਾਂ ਭੱਟਾਂ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ, ਤੇ ਰੱਬੀ ਉਪਦੇਸ਼ ਹਰ ਵਰਤਾਰੇ ਵਿੱਚ ਵੀ ਸਿੱਖਿਆ ਮਿਲਦੀ ਹੈ। ਤੇ ਜਦੋਂ ਸੋਚ ਤੇ ਸੁਭਾਅ ਨੂੰ ਰੱਬੀ ਉਪਦੇਸ਼ ਨਾਲ ਕੰਪੇਅਰ ਕਰਕੇ ਦੇਖਦੇ ਹਾਂ, ਫਿਰ ਪਤਾ ਲੱਗਦਾ ਹੈ ਅਸੀਂ ਉਲਟ ਜਿਉ ਰਹੇ ਹਾਂ। ਫਿਰ ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਸੰਵਾਰਦੇ ਹਾਂ ਇੱਕ ਬੜਾ ਸੋਹਣਾ ਬਨ ਹਰਿਆਵਲਾ, ਇਹ ਸੁਭਾਅ ਇੱਕ ਸੁੰਦਰ ਬਗੀਚੀ, ਸੁੰਦਰ ਜੰਗਲ ਵਰਗਾ ਬਣ ਜਾਂਦਾ ਹੈ। ਬਗੀਚੀ ਕੀ ਹੈ? ਉਸ ਵਿੱਚ ਫੁੱਲ ਚੁਣ ਚੁਣ ਕੇ ਲਿਆਂਦੇ ਗਏ ਨੇ। ਫਿਰ ਜਦੋਂ ਫੁੱਲਾਂ ਨੂੰ ਲਾਇਆ ਗਿਆ, ਇੱਕ ਸਿਕੁਐਂਸੀ ਹੈ, ਇੱਕ ਤਰਤੀਬ ਹੈ, ਉਸ ਵਿੱਚ ਉਹਦੀ ਸੰਭਾਲ ਕੀਤੀ ਗਈ ਹੈ। ਉੱਥੇ ਸੁੰਦਰਤਾ ਹੈ। ਜਿਹੜੇ ਸੁਭਾਅ ਵਿੱਚ ਚੁਣ ਚੁਣ ਕੇ ਚੰਗੇ ਚੰਗੇ ਵਿਚਾਰ, ਚੰਗੇ ਚੰਗੇ ਗੁਣ ਅੰਦਰ ਲਿਆਂਦੇ ਜਾਣਗੇ, ਫਿਰ ਉਹਨਾਂ ਗੁਣਾਂ ਨੂੰ, ਉਹਨਾਂ ਚੰਗੇ ਵਿਚਾਰਾਂ ਨੂੰ ਵਰਤਣ ਦਾ ਇੱਕ ਤਰੀਕਾ ਆ ਗਿਆ। ਕਦੋਂ ਕਿਹੜਾ ਵਿਚਾਰ ਵਰਤਣਾ ਹੈ, ਕਦੋਂ ਕਿਹੜਾ ਗੁਣ ਵਰਤਣਾ ਹੈ। ਤੇ ਅੰਦਰ ਸੁੰਦਰ ਸੁਭਾਅ ਤੇ ਸੁੰਦਰ ਸੋਚ ਬਣ ਗਈ। ਇਹ ਬਨ ਐਸਾ ਹਰਿਆਵਲਾ ਬਣ ਗਿਆ। ਇਸ ਵਿੱਚ ਸ਼ੁਕਰਾਨਾ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਭੈ ਭਾਵਨੀ ਅੰਦਰ ਪੈਦਾ ਹੋ ਗਈ। ਤੇ ਫਿਰ ਜੰਗਲ ਵਿੱਚ ਕੀ ਢੂੰਡਣ ਜਾਈਏ? ਉਹਨਾਂ ਸਮਿਆਂ 'ਚ ਜੰਗਲ ਵਿੱਚ ਚਲੇ ਜਾਂਦੇ ਸੀ ਘਰ-ਬਾਰ ਛੱਡ ਕੇ ਰੱਬ ਨੂੰ ਲੱਭਣ। ਗੁਰੂ ਪਾਤਸ਼ਾਹ ਦਾ ਮਾਰਗ ਸੀ ਕਿ ਗ੍ਰਸਤ ਮਾਰਗ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਰੱਬ ਦੀ ਭੈ ਭਾਵਨੀ, ਰੱਬ ਦੇ ਗੁਣ, ਰੱਬੀ ਉਪਦੇਸ਼ ਵਿੱਚ ਜੀਵਨ ਜਿਉਣਾ। ਜਿਸ ਨੇ ਆਪਣੇ ਸੋਚ ਤੇ ਸੁਭਾਅ ਨੂੰ ਸੁੰਦਰ ਬਗੀਚਾ ਬਣਾ ਲਿਆ, ਉਹਨੂੰ ਜੰਗਲ ਵਿੱਚ ਜਾ ਕੇ ਰੱਬ ਕਹਿੰਦੇ, ਮੈਂ ਜੰਗਲ ਵਿੱਚ ਜਾ ਕੇ ਰੱਬ ਕਿਉਂ ਢੂੰਡਾਂ? ਮੇਰਾ ਤੇ ਇਹ ਜਿਹੜਾ ਹੈ ਸੋਚ ਸੁਭਾਅ ਵਾਲਾ ਅੰਦਰਲਾ ਬਾਗ ਹਰਾ ਭਰਾ ਹੋ ਗਿਆ, ਜਾਨੀ ਸੋਹਣਾ ਸੁਭਾਅ ਬਣ ਗਿਆ। ਸੱਚ ਟਿਕੈ ਘਰ ਆਏ, ਸ਼ਬਦ ਉਤਾਵਲਾ। ਜਦੋਂ ਮਨ ਨੂੰ ਸੱਚ ਦਾ ਰਸ ਚੰਗਾ ਲੱਗਣ ਲੱਗ ਪਵੇ, ਗੁਣਾਂ ਦੀਆਂ ਗੱਲਾਂ ਚੰਗੀਆਂ ਲੱਗਣ, ਗੁਣਾਂ ਦੀਆਂ ਵਿਚਾਰਾਂ ਕਰਨ ਦਾ ਮਨ ਅੰਦਰ ਜਜ਼ਬਾ ਹੋਵੇ, ਰੱਬ ਦੇ ਨਿਯਮਾਂ ਦੀ, ਰੱਬ ਦੇ ਬਖਸ਼ਾਂ ਦੀ ਗੱਲ ਹੋਵੇ, ਤੇ ਮਨ ਸੱਚ ਦੇ ਰਸ ਵਿੱਚ ਟਿਕ ਜਾਂਦਾ ਹੈ। ਫਿਰ ਇਹ ਦੁਨਿਆਵੀ ਰਸਾਂ ਕਸਾਂ ਦੀ ਬਜਾਏ ਗੁਰਮੁਖਤਾਈ ਦੇ ਰਸ ਵਿੱਚ ਆ ਜਾਂਦਾ ਹੈ। ਇਹਦਾ ਅਸਲੀ ਘਰ ਹੈ ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ। ਫਿਰ ਗੁਰੂ ਦੇ ਉਪਦੇਸ਼, ਸ਼ਬਦ ਦੇ ਅਰਥ ਉਪਦੇਸ਼ ਹੈ, ਉਤਾਵਲਾ, ਤੁਰੰਤ ਅੰਦਰ ਵਸ ਜਾਂਦੇ ਨੇ, ਮਨ ਨੂੰ ਚੰਗੇ ਲੱਗਣ ਲੱਗ ਜਾਂਦੇ ਨੇ। ਜਾਂ ਦੇਖਾਂ ਤਾਂ ਸੋਏ, ਅਵਰ ਨਾ ਜਾਣੀ ਹੈ। ਫਿਰ ਰੱਬ ਦੀ ਹੋਂਦ ਹਰ ਥਾਂ ਤੇ ਮਹਿਸੂਸ ਹੁੰਦੀ ਹੈ, ਉਹਦੀ ਐਗਜ਼ਿਸਟੈਂਸ ਫੀਲ ਹੁੰਦੀ ਹੈ, ਉਹ ਹਰ ਥਾਂ ਤੇ ਹੈ। ਉਹਦੇ ਤੋਂ ਬਿਨਾਂ ਕੋਈ ਹੋਰ ਨਜ਼ਰ ਵਿੱਚ ਨਹੀਂ ਆਉਂਦਾ, ਕਿਸੇ ਹੋਰ ਤੇ ਉਮੀਦ ਵੱਜਦੀ ਹੋਈ ਨਹੀਂ। ਗੁਰ ਕੀ ਕਾਰ ਕਮਾਏ, ਮਹਿਲ ਪਛਾਣੀ ਹੈ। ਜੋ ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ, ਉਹ ਜੋ ਗੁਰਬਾਣੀ ਦੀਆਂ ਸਿੱਖਿਆਵਾਂ ਨੇ, ਉਸ ਮੁਤਾਬਕ ਜਦੋਂ ਮਨ ਤੇ ਮਤ ਨੇ ਕਾਰ ਕੀਤੀ, ਕਾਰ ਮਨ ਦੀ ਹੈ, ਕਾਰ ਮਤ ਦੀ ਹੈ। ਕਈ ਵਾਰੀ ਜ਼ੁਬਾਨ ਤਾਂ ਮਿੱਠੇ ਬੋਲ ਨੇ, ਮਿੱਠੇ ਜ਼ੁਬਾਨ ਦੇ ਬੋਲ ਬੋਲਦੇ ਆ, ਪਰ ਉਹ ਚਾਪਲੂਸੀ ਹੈ। ਅੰਦਰ ਆਪਣਾ ਮਕਸਦ ਪੂਰਾ ਕਰਨ ਦੀ ਇੱਛਾ ਹੈ, ਖਿੱਚ ਹੈ। ਇਹਦਾ ਮਤਲਬ ਮਨ ਦੀ ਜਿਹੜੀ ਕਾਰ ਹੈ ਉਹ ਗਲਤ ਹੈ। ਮਨ ਅੰਦਰ ਭਾਵਨਾਵਾਂ ਨੇ,
ਮਨ ਅੰਦਰ ਇੱਛਾਵਾਂ ਨੇ, ਤੇ ਜਦੋਂ ਗੁਰੂ ਪਾਤਸ਼ਾਹ ਦੀ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਮਨ ਤੇ ਮਤ ਕਾਰ ਕਰਦੀ ਹੈ, ਤੇ ਅਸਲੀ ਮਹਿਲ ਜਿਹੜਾ ਹੈ ਉਹ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਹੈ। ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਮਨ ਦਾ ਅਸਲੀ ਮਹਿਲ ਹੈ। ਉਹਦੇ ਉਪਦੇਸ਼ਾਂ ਨੂੰ ਫੋਲੋ ਕਰਨਾ ਰੱਬ ਦਾ ਅਸਲੀ ਮਹਿਲ ਹੈ। ਫਿਰ ਇਹਦੇ ਨਾਲ ਸਾਂਝ ਬਣਦੀ ਹੈ, ਇਹ ਜ਼ਿੰਦਗੀ ਵਿੱਚ ਜਿਉਣਾ ਚੰਗਾ ਲੱਗਦਾ ਹੈ। ਰਹਾਓ ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਆਪ ਮਿਲਾਵੈ ਸੱਚ ਤਾਂ ਮਨ ਭਾਵਈ। ਜਦੋਂ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਮਨ ਨੂੰ ਚੰਗਾ ਲੱਗਦਾ ਸੱਚ, ਤੇ ਮਨ ਸੱਚ ਵਿੱਚ ਸਮਾ ਜਾਂਦਾ ਹੈ। ਜਦੋਂ ਵੀ ਸਾਨੂੰ ਗੁਰਬਾਣੀ ਚੰਗੀ ਲੱਗੇ, ਕਿਸੇ ਦੇ ਗੁਣ ਚੰਗੇ ਲੱਗਣ, ਸਾਡਾ ਮਨ ਨਿੰਦਾ ਚੁਗਲੀ ਤੋਂ ਉਦਾਸ ਹੋ ਜਾਵੇ, ਹਟ ਜਾਵੇ, ਸਾਨੂੰ ਚਾਪਲੂਸੀਆਂ ਵਾਲਾ ਪਾਸਾ ਚੰਗਾ ਨਾ ਲੱਗੇ, ਸੱਚ ਦੇ ਰਸ ਵਿੱਚ ਸਮਾ ਜਾਵੇ, ਸਮਝ ਲਓ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਉਹ ਆਪ ਮਿਲਾ ਰਹੇ ਨੇ। ਇੱਕ ਭਾਵਨਾ ਹੁੰਦੀ ਹੈ ਧਰਮ ਦੀ ਦੁਨੀਆ ਵਿੱਚ, ਚੱਲੈ ਸਦਾ ਰਜ਼ਾਏ ਅੰਕ ਸਮਾਵਈ। ਜੇ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਜਿਉਣਾ ਆ ਗਿਆ, ਰਜ਼ਾ ਵਿੱਚ ਕੀ ਹੈ? ਜੋ ਵੀ ਹਾਲਾਤ ਬਣਦੇ ਨੇ, ਮੇਰਾ ਪਿਆਰਾ ਮੇਰੇ ਲਈ ਚੰਗਾ ਹੀ ਕਰ ਰਿਹਾ ਹੈ, ਇਹ ਭਾਵਨਾ ਬਣ ਜਾਵੇ। ਸੁੱਖਾਂ ਦੇ ਵਿੱਚ ਸ਼ੁਕਰਾਨਾ, ਦੁੱਖ ਆ ਗਏ ਨੇ, ਰਜ਼ਾ ਹੈ ਉਹਦੀ। ਰੱਬ ਨੂੰ ਨਹੀਂ ਕਹਿਣਾ ਇੱਦਾਂ ਨਾ ਕਰ, ਇੱਦਾਂ ਕਰਦੇ, ਇੱਦਾਂ ਨਹੀਂ ਕਹਿਣਾ, ਕਿਉਂਕਿ ਉਹਨੂੰ ਸਭ ਪਤਾ, ਉਹ ਤਾਂ ਅੰਤਰਜਾਮੀ ਹੈ। ਉਹਦੀ ਰਜ਼ਾ ਵਿੱਚ ਰਹਿਣਾ ਹੀ ਪਿਆਰੇ ਦੀ ਗੋਦੀ ਵਿੱਚ ਸਮਾ ਜਾਣਾ। ਅੰਕ ਸਮਾਈ, ਅੰਕ ਹੁੰਦਾ ਗੋਦੀ, ਪਿਆਰੇ ਪ੍ਰਭੂ ਦੀ ਗੋਦੀ ਦੇ ਰਸ ਵਿੱਚ ਸਮਾ ਜਾਣਾ। ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਈ। ਜਦੋਂ ਮਨ ਨੂੰ ਸੱਚਾ ਸਾਹਿਬ ਮਾਲਕ ਚੰਗਾ ਲੱਗੇ, ਰੱਬ ਦੇ ਗੁਣ, ਰੱਬ ਦੇ ਉਪਦੇਸ਼ ਚੰਗੇ ਲੱਗਣ, ਤੇ ਮਨ ਵਿੱਚ ਵਸ ਜਾਂਦਾ ਹੈ। ਉਹਦਾ ਰਸ ਮਨ ਵਿੱਚ ਵਸ ਜਾਏਗਾ, ਮਨ ਭਿੱਜਣ ਲੱਗ ਜਾਏਗਾ। ਆਪੇ ਦੇ ਵਡਿਆਈਆਂ ਦੇ ਤੋਟ ਨਾ ਹੋਈ। ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਵਾਹਿਗੁਰੂ ਜੀ ਆਪੇ ਹੀ ਦਿੰਦੇ ਨੇ, ਤੇ ਰੱਬ ਦੀ ਦਿੱਤੀ ਜਿਹੜੀ ਬਖਸ਼ਿਸ਼ ਹੈ ਨਾ, ਉਹਦੇ 'ਚ ਕੋਈ ਘਾਟਾ ਨਹੀਂ ਪੈ ਸਕਦਾ। ਆਪਾਂ ਘਰ ਬਣਾਉਣੇ ਆ, ਪੈਸਾ ਖਰਚ ਕਰਕੇ ਵੱਡਾ ਘਰ ਬਣਦਾ ਹੈ, ਕਿਤੇ ਵੀ ਘਾਟਾ ਪੈ ਸਕਦਾ, ਪਰ ਘਰ ਦੇ ਅੰਦਰ ਜਦੋਂ ਬਖਸ਼ਿਸ਼ ਦੇ ਨਾਲ ਏਕਤਾ ਬਣਦੀ ਹੈ, ਬੱਚੇ ਆਗਿਆਕਾਰੀ ਬਣਦੇ ਨੇ, ਘਰ ਵਿੱਚ ਗੁਰਬਾਣੀ ਗੁਰਸਿੱਖੀ ਬਣਦੀ ਹੈ, ਉਹਦੇ ਵਿੱਚ ਕੋਈ ਘਾਟਾ ਨਹੀਂ ਆ ਸਕਦਾ। ਜਿਨ੍ਹਾਂ ਨੂੰ ਬਖਸ਼ਿਸ਼ ਮਿਲ ਗਈ, ਅਬੇ ਤਬੇ ਕੀ ਚਾਕਰੀ ਕਿਉਂ ਦਰਗਾਹ ਪਾਵੈ, ਉਹਨੂੰ ਸਮਝ ਲੱਗ ਜਾਂਦੀ। ਅਬੇ ਤਬੇ ਕੀ ਚਾਕਰੀ, ਜਣੇ ਖਣੇ ਦੀ ਐਵੇਂ ਮੁਥਾਜੀ ਕਰਨੀ, ਆਪਣੇ ਮਕਸਦ ਲਈ ਕਿਸੇ ਦੇ ਅੱਗੇ ਝੁਕਣਾ, ਆਪਣਾ ਸਵਾਰਥ ਪੂਰਾ ਕਰਨ ਲਈ ਕਿਸੇ ਦੇ ਪ੍ਰਤੀ ਸਤਿਕਾਰ ਵਾਲੇ ਸ਼ਬਦ ਵਰਤੀ ਜਾਣੇ, ਇਹ ਜਿਹੜੀ ਮੁਥਾਜੀ ਹੈ, ਲੋਕ ਲਾਜ ਹੈ, ਲੋਕਾਂ ਨੂੰ ਸਾਹਮਣੇ ਰੱਖ ਕੇ ਫੈਸਲਾ ਲੈਣਾ, ਫਿਰ ਰੱਬ ਦੀ ਦਰਗਾਹ ਵਿੱਚ, ਰੱਬ ਦੀਆਂ ਨਜ਼ਰਾਂ ਵਿੱਚ ਬਖਸ਼ਿਸ਼ ਨਹੀਂ ਮਿਲਦੀ। ਇਹ ਤਾਂ ਦੁਨੀਆ ਨੂੰ ਖੁਸ਼ ਕਰਨ ਵਾਸਤੇ ਹੈ। ਸਵਾਰਥ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਹੈ, ਤੇ ਲੋਕ ਲਾਜ ਦੁਨੀਆ ਨੂੰ ਖੁਸ਼ ਕਰਨ ਵਾਸਤੇ ਹੈ। ਕਿਉਂ ਦਰਗਾਹ ਪਾਵੈ, ਇਹ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ ਹੁੰਦਾ। ਪੱਥਰ ਕੀ ਬੇੜੀ ਜੇ ਚੜ੍ਹੈ, ਭਰ ਨਾਲ ਬੁਡਾਵੈ। ਭਰ ਨਾਲ ਹੁੰਦਾ ਸਮੁੰਦਰ, ਸਮੁੰਦਰ ਦੇ ਵਿੱਚ ਅਗਰ ਕੋਈ ਪੱਥਰ ਦੀ ਬੇੜੀ ਬਣਾਈ ਬੈਠਾ ਹੈ, ਤਾਂ ਡੁੱਬੇਗੀ, ਉਹ ਕਿਵੇਂ ਤਰੇਗੀ? ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗਣ ਵਾਲਾ ਸੁਭਾਅ ਕਠੋਰ ਹੋ ਜਾਂਦਾ ਹੈ, ਪੱਥਰ ਬਣ ਜਾਂਦਾ ਹੈ। ਛੋਟੀ ਉਮਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗ ਕੇ ਮਾਂ ਦੀ ਗੱਲ ਨਹੀਂ ਮੰਨ ਰਿਹਾ, ਪਿਤਾ ਦੀ ਗੱਲ ਨਹੀਂ ਮੰਨ ਰਿਹਾ। ਇਹ ਮਨ ਦੀਆਂ ਮਰਜ਼ੀਆਂ ਚਿੱਤ ਨੂੰ ਕਠੋਰ ਕਰ ਦਿੰਦੀਆਂ ਨੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਫਿਰ ਸੱਚ ਦੇ ਰਸ ਚੰਗੇ ਨਹੀਂ ਲੱਗਦੇ, ਡੁੱਬਦਾ ਇਹ, ਬੁਰੀਆਂ ਆਦਤਾਂ ਵਿੱਚ ਡੁੱਬਦਾ ਹੈ। ਆਪ ਨੜੈ ਮਨ ਵੇਚੀਐ, ਸਿਰ ਦੀਜੈ ਨਾਲ। ਜਿਹਨੇ ਆਪਣੇ ਮਨ ਨੂੰ ਵੇਚ ਦਿੱਤਾ, ਮਨ ਕੀ ਹੈ? ਵਿਚਾਰ। ਆਪਣੇ ਵਿਚਾਰ ਛੱਡ ਦੇਣੇ ਤੇ ਗੁਰੂ ਸਾਹਿਬ ਦੇ ਵਿਚਾਰ ਲੈ ਲੈਣੇ, ਇਹਨੂੰ ਕਹਿੰਦੇ ਨੇ ਮਨ ਵੇਚਣਾ। ਸਿਰ ਦੀਜੈ ਨਾਲ, ਸਿਰ ਵਿੱਚ ਸੋਚ ਹੈ, ਆਪਣੀ ਸੋਚ ਛੱਡ ਦੇਣੀ। ਹੁਣ ਮਨ ਵੇਚੀਐ ਤੇ ਸਿਰ ਦੀਜੈ, ਇਹ ਦੋ ਗੱਲਾਂ ਦੇ ਰਮਨ ਸਮਝਣੀ। ਆਪਣੇ ਵਿਚਾਰ ਛੱਡ ਕੇ ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਲੈਣਾ। ਜਿਹੜੀ ਵਿਚਾਰਧਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਉਸ ਵਿਚਾਰਧਾਰਾ ਦੇ ਉਲਟ ਚਾਹੇ ਕੋਈ ਵੀ ਕਹਿੰਦਾ ਹੋਵੇ, ਕਿਤੇ ਵੀ ਲਿਖਿਆ ਹੋਵੇ, ਗੁਰੂ ਕਾ ਗੁਰਸਿੱਖ ਨਹੀਂ ਮੰਨੇਗਾ। ਕਿਉਂਕਿ ਆਪਣੀ ਵਿਚਾਰਧਾਰਾ ਛੱਡ ਕੇ ਗੁਰੂ ਸਾਹਿਬ ਦੀ ਵਿਚਾਰਧਾਰਾ ਲੈਣੀ, ਤੇ ਆਪਣੀ ਸੋਚ ਛੱਡ ਕੇ ਗੁਰੂ ਸਾਹਿਬ ਦੀ ਸੋਚ ਲੈਣੀ,
ਉਹਦੇ ਲਈ ਗੁਰਮੁਖ ਵਸਤ ਪਛਾਣੀਐ, ਆਪਣਾ ਘਰ ਭਾਲੇ। ਗੁਰੂ ਸਾਹਿਬ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਮੰਨ ਕੇ ਉਹ ਜੋ ਅਸਲੀ ਨਾਮ ਪਦਾਰਥ ਤੇ ਜਨਮ ਜੀਵਨ ਪਦਾਰਥ ਹੈ ਨਾ, ਉਹਦੀ ਸਮਝ ਆ ਜਾਏਗੀ, ਉਹਦੇ ਨਾਲ ਸਾਂਝ ਪੈ ਜਾਏਗੀ। ਆਪਣਾ ਘਰ ਪਾਲੇ, ਆਪਣੇ ਅੰਦਰੋਂ ਹੀ ਗੁਰਮੁਖ ਸੁਭਾਅ ਵਾਲਾ ਘਰ ਲੱਭ ਜਾਏਗਾ। ਇਹ ਗੁਣ ਅੰਦਰੋਂ ਹੀ ਜਾਗਣੇ ਨੇ, ਗੱਲ ਯਾਦ ਰੱਖਿਓ। ਰੱਬ ਦੀ ਜੋਤ ਅੰਦਰ ਹੈ, ਰੱਬ ਸਰਬ ਸਮਰੱਥ ਹੈ, ਹਰ ਕਲਾ ਸਾਡੇ ਅੰਦਰ ਹੈ। ਵਾਹਿਗੁਰੂ ਜੀ ਗੁਣੀ ਨਿਧਾਨ ਨੇ, ਉਹ ਸਾਡੇ ਅੰਦਰ ਨੇ, ਹਰ ਗੁਣ ਸਾਡੇ ਅੰਦਰ ਹੈ, ਅੰਦਰੋਂ ਹੀ ਜਾਗੇਗਾ। ਜਿੰਨਾ ਗੁਰੂ ਪਾਤਸ਼ਾਹ ਦੇ ਉਪਦੇਸ਼ ਮੰਨਾਂਗੇ, ਸਾਡੇ ਸੁਭਾਅ ਦੀਆਂ ਉਹ ਪ੍ਰਵਿਰਤੀਆਂ ਜਿਹੜੀਆਂ ਗੁਰਮਤ ਦੇ ਉਲਟ ਨੇ, ਗੁਰੂ ਸਾਹਿਬ ਦੇ ਉਪਦੇਸ਼ਾਂ ਨੇ ਚੋਟ ਮਾਰਨੀ ਹੈ ਕਿ ਨਿੰਦਾ ਕਰਨ ਵਾਲਾ ਮਨਮੁਖ ਹੁੰਦਾ ਏ, ਇਹ ਮੁਗਧ ਹੁੰਦਾ ਏ, ਮੂਰਖ ਹੁੰਦਾ ਏ। ਜਦੋਂ ਚੋਟ ਵੱਜੇਗੀ ਇਹ ਆਦਤ ਛੱਡ ਜਾਏਗਾ, ਆਦਤ ਛੱਡ ਜਾਏਗਾ ਤੇ ਦੂਜੇ ਦੇ ਗੁਣ ਦੇਖਣੇ, ਗੁਣਾਂ ਦੀ ਚਰਚਾ ਕਰਨੀ, ਆਪਣੇ ਆਪ ਇਹ ਸੁਭਾਅ ਵਾਲਾ ਘਰ ਲੱਭ ਲਿਆ। ਜੰਮਣ ਮਰਨਾ ਆਖੀਐ, ਤਿਨ ਕਰਤੈ ਕੀਆ। ਇੱਕ ਸਰੀਰ ਦਾ ਜਨਮ ਮਰਨ ਇੱਕ ਵਾਰੀ ਹੁੰਦਾ ਹੈ, ਅੰਦਰ ਸੁਭਾਅ ਦਾ ਜਨਮ ਮਰਨ ਰੋਜ਼ ਹੁੰਦਾ ਹੈ। ਕਦੀ ਸਹਿਨਸ਼ੀਲਤਾ ਮਰ ਗਈ, ਕ੍ਰੋਧ ਦਾ ਜਨਮ ਹੋ ਗਿਆ। ਕਦੀ ਨਿਮਰਤਾ ਮਰ ਗਈ, ਹੰਕਾਰ ਦਾ ਜਨਮ ਹੋ ਗਿਆ। ਕਦੀ ਹੰਕਾਰ ਦੀ ਮੌਤ ਹੋ ਗਈ, ਫਿਰ ਨਿਮਰਤਾ ਵਿੱਚ ਆ ਗਿਆ। ਕਿਸੇ ਦੇ ਕੋਲ ਹੰਕਾਰ ਵਿਖਾਵੇ ਕਰਦਾ, ਕਿਸੇ ਕੋਲ ਬੜੀ ਨਿਮਰਤਾ ਨਾਲ ਵਿਚਰਦਾ, ਕਿਸੇ ਨਾਲ ਗਲਵਕੜੀਆਂ ਪਾਉਂਦਾ, ਕਿਸੇ ਨਾਲ ਨਫ਼ਰਤ ਕਰਦਾ। ਇਹ ਅੰਦਰ ਜਨਮ ਮਰਨ ਚੱਲ ਰਿਹਾ, ਰੱਬ ਨਹੀਂ ਪੈਦਾ ਕੀਤੇ ਨੇ। ਸਰੀਰ ਦਾ ਜਨਮ ਮਰਨ ਵੀ, ਸੁਭਾਅ ਵਿੱਚ ਗੁਣਾ ਔਗੁਣਾਂ ਦਾ ਜਨਮ ਮਰਨ ਵੀ ਕਰਤੇ ਪੁਰਖ ਦੇ ਨਿਜ਼ਮ ਦੇ ਵਿੱਚੋਂ ਪੈਦਾ ਹੋਇਆ। ਪਰ ਜਿਹਨੂੰ ਸਮਝ ਆ ਗਈ, ਆਪ ਗਵਾਇਆ ਮਰ ਰਹੇ, ਫਿਰ ਮਰਨ ਨਾ ਹੋਈ। ਜਿਹਨੇ ਆਪਣੇ ਸੁਭਾਅ ਨੂੰ ਗਵਾ ਲਿਆ, ਗੁਰੂ ਪਾਤਸ਼ਾਹ ਦੇ ਉਪਦੇਸ਼ ਮੰਨਦਿਆਂ ਸੁਭਾਅ ਦੀਆਂ ਕਮਜ਼ੋਰ ਪ੍ਰਵਿਰਤੀਆਂ ਕੱਢ ਦਿੱਤੀਆਂ, ਉਹ ਫਿਰ ਦੁਬਾਰੇ ਉਹਦੇ ਅੰਦਰ ਆਤਮਿਕ ਮੌਤ ਨਹੀਂ ਹੁੰਦੀ, ਗੁਣ ਨਹੀਂ ਮਰਦਾ। ਜਿਹਨੂੰ ਸਬਰ ਸੰਤੋਖ ਜਿਉਣਾ ਆ ਗਿਆ, ਉਹਦੇ ਅੰਦਰ ਲੋਭ ਦਾ ਜਨਮ ਨਹੀਂ ਹੋਏਗਾ, ਉਹ ਸਬਰ ਸੰਤੋਖ ਵਿੱਚ ਆਪਾ ਵਾਰ ਦੇਗਾ। ਜਿਹੜਾ ਸਵਾਰਥ ਤੋਂ ਉੱਪਰ ਉੱਠਿਆ, ਨਿਜ ਤਬ ਤੋਂ ਉੱਪਰ ਉੱਠਿਆ, ਆਪਣਿਆਂ ਲਈ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ ਕਰਨ ਦੀ ਬਜਾਏ ਗੁਰੂ ਦੀ ਕੌਮ ਦੇ ਲਈ, ਸਮਾਜ ਦੇ ਲਈ ਆਪਾ ਵਾਰਨੇ ਜੂਝ ਪਿਆ, ਉਹਦੇ ਅੰਦਰ ਫਿਰ ਸਵਾਰਥ ਦਾ ਜਨਮ ਨਹੀਂ ਹੁੰਦਾ, ਫਿਰ ਉਹ ਆਤਮਿਕ ਮੌਤ ਨਹੀਂ ਮਰਦਾ। ਸਾਈ ਕਾਰ ਕਮਾਵਣੀ ਧੁਰ ਕੀ ਫਰਮਾਈ। ਧੁਰ ਦੀ ਕਾਰ ਕਿਹੜੀ ਹੈ? ਉਹ ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ, ਇਹ ਧੁਰ ਦੀ ਫਰਮਾਈ ਹੋਈ, ਦੱਸੀ ਹੋਈ ਕਾਰ ਹੈ, ਤੇ ਜਿਹਨੇ ਜਿਉਂ ਲਿਆ ਉਹ ਧੁਰ ਕੀ ਕਾਰ ਹੈ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਣਾ, ਫੋਲੋ ਕਰਨਾ, ਰੱਬ ਦੇ ਨਿਯਮਾਂ ਨੂੰ ਫੋਲੋ ਕਰਨਾ ਹੈ, ਇਹ ਧੁਰ ਕੀ ਕਾਰ ਹੈ। ਜਦੋਂ ਵੀ ਗੁਰੂ ਪਾਤਸ਼ਾਹ ਸਿਖਾਉਂਦੇ ਸਨ, ਸਮਝਾਉਂਦੇ ਸਨ, ਉਹ ਭਾਵੇਂ ਮੱਛੀ ਦੀ ਉਦਾਹਰਨ ਦਿੰਦੇ ਸੀ, ਚਾਹੇ ਕੁੱਤੇ ਦੀ ਉਦਾਹਰਨ ਦਿੰਦੇ ਸੀ, ਭਵਰੇ ਦੀ ਉਦਾਹਰਨ ਦਿੰਦੇ ਸੀ, ਚਾਹੇ ਕਾਂ ਦੀ ਉਦਾਹਰਨ ਦਿੰਦੇ, ਬਗਲੇ ਦੀ ਉਦਾਹਰਨ ਦਿੰਦੇ, ਕੋਇਲ ਦੀ ਉਦਾਹਰਨ ਦਿੰਦੇ ਸੀ, ਹੰਸ ਦੀ ਉਦਾਹਰਨ ਦਿੰਦੇ ਸੀ। ਜਦੋਂ ਵੀ ਸਿਖਾਉਂਦੇ ਸਮਝਾਉਂਦੇ ਉਹ ਕਹਿੰਦੇ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਇਹ ਤਾਂ ਰੱਬ ਦੀ ਆਵਾਜ਼ ਹੈ, ਇਹ ਤਾਂ ਰੱਬ ਦੀ ਫਰਮਾਈ ਹੋਈ, ਦੱਸੀ ਹੋਈ ਜੁਗਤ ਹੈ। ਜਿਨ੍ਹਾਂ ਨੂੰ ਚੰਗੀ ਲੱਗੀ, ਜੇ ਮਨ ਸਤਿਗੁਰ ਦੇ ਮਿਲੈ, ਕਿਨ ਕੀਮਤ ਪਾਈ। ਜਿਨ੍ਹਾਂ ਦਾ ਮਨ ਸਤਿਗੁਰ ਸਰੂਪ ਸੱਚੇ ਗਿਆਨ ਨੂੰ ਮਿਲ ਗਿਆ, ਮਿਲਾਪ ਹੋ ਗਿਆ ਸੱਚੇ ਗਿਆਨ ਨਾਲ। ਕਿਵੇਂ? ਅਸੀਂ ਵਰਤਾਰਾ ਦੇਖਦੇ ਹਾਂ, ਛੋਟੇ ਵੱਡੇ ਵਰਤਾਰੇ ਸਾਡੇ ਚਾਰ ਸਪੇਰੇ ਹੁੰਦੇ ਨੇ, ਹਰ ਵਰਤਾਰੇ ਵਿੱਚ ਕੋਈ ਨਾ ਕੋਈ ਸੱਚਾ ਗਿਆਨ ਪਿਆ, ਸਿੱਖਿਆ ਪਈ ਹੈ। ਜਿਹਨੇ ਸਮਝ ਲਈ, ਸਮਝ ਲਿਓ, ਉਹ ਗਿਆਨ ਨਾਲ ਮਿਲਾਪ ਹੋ ਗਿਆ, ਉਹ ਰੱਬ ਦਾ ਸਤਿਗੁਰ ਸਰੂਪ ਹੈ, ਸੱਚਾ ਗਿਆਨ ਸਿੱਖਿਆ। ਤੇ ਉਸ ਜਿਹੜਾ ਸਤਿਗੁਰ ਸਰੂਪ ਹੈ, ਸੱਚਾ ਗਿਆਨ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਜਦੋਂ ਅਰਥਾਂ ਨੂੰ ਸਮਝਾਂਗੇ, ਰਮਜ਼ਾਂ ਸਮਝਾਂਗੇ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜਿਹੜੀ ਸਮਝ ਆਏਗੀ, ਉਹ ਸਤਿਗੁਰ ਸਰੂਪ ਦਾ ਮਿਲਾਪ ਹੈ। ਜਦੋਂ ਮਨ ਆਪਣੇ ਸੁਭਾਅ ਨੂੰ, ਆਪਣੀਆਂ ਮਰਜ਼ੀਆਂ ਨੂੰ ਛੱਡ ਕੇ ਸਤਿਗੁਰ ਸਰੂਪ ਨਾਲ ਮਿਲਾਪ ਕਰਦਾ ਹੈ, ਤੇ ਇਸ ਮਨ ਦੀ ਕੋਈ ਕੀਮਤ ਸਮਝ ਨਹੀਂ ਸਕਦਾ, ਇਹਦੀ ਵੈਲਿਊ ਨਹੀਂ ਸਮਝ ਸਕੇਗਾ। ਕਿਤਨਾ ਕੀਮਤੀ ਸੁਭਾਅ ਹੋਏਗਾ, ਕਿਤਨੀ ਕੀਮਤੀ ਸੋਚ ਹੋਏਗੀ, ਦੁਨੀਆ ਨਹੀਂ ਇਹਦੀ ਕੀਮਤ ਸਮਝ ਸਕੇਗੀ। ਪਰ ਰਤਨਾ ਪਾਰਖ ਸੋ ਧਣੀ, ਤਿਨ ਕੀਮਤ ਪਾਈ। ਰਤਨਾ ਦਾ ਪਾਰਖੂ ਉਹ ਸੋ ਧਣੀ ਰੱਬ ਆਪ ਹੈ, ਉਸਨੇ ਮਨ ਦੀ ਕੀਮਤ ਪਾਉਣੀ ਹੈ, ਉਸੇ ਨੂੰ ਮਨ ਦੀ ਵੈਲਿਊ ਪਤਾ ਹੈ। ਉਹ ਅੰਤਰਜਾਮੀ ਨੇ, ਸਾਡੇ ਅੰਦਰ ਨੇ। ਗੁਰੂ ਪਾਤਸ਼ਾਹ ਨੂੰ ਪਤਾ ਹੈ, ਜਿਹਦੀ ਨੀਅਤ ਸ਼ੁੱਧ, ਜਿਹਦੀ ਸੋਚ ਸ਼ੁੱਧ, ਜਿਹਦਾ ਮਿਸ਼ਨ ਨਿਸ਼ਾਨਾ ਸ਼ੁੱਧ, ਰੱਬ ਉਹਦੇ ਪੱਖ ਵਿੱਚ ਰਹਿੰਦਾ ਆ। ਖਵਾਈ
ਉਹਦੇ ਪੱਖ ਵਿੱਚ ਮਾਹੌਲ ਬਣਦਾ ਹੈ। ਆਨੰਦ ਸਾਹਿਬ ਵਿੱਚ ਪੜ੍ਹਦੇ ਹਨ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ। ਅੰਗੀਕਾਰ ਹੁੰਦਾ ਪੱਖ ਵਿੱਚ, ਅਸੀਂ ਮਿਹਨਤ ਕਰਦੇ ਹਾਂ, ਆਪਾ ਵਾਰਦੇ ਹਾਂ, ਰਿਜ਼ਲਟ ਰੱਬ ਦੇ ਹੱਥ ਵਿੱਚ ਹੁੰਦਾ। ਇਹ ਗੱਲ ਯਾਦ ਰੱਖਿਓ। ਪਰ ਜਿੰਨੀ ਨੀਅਤ ਸ਼ੁੱਧ ਹੋਏਗੀ, ਜਿੰਨਾ ਸੋਚ ਸ਼ੁੱਧ ਹੋਏਗੀ, ਜਿੰਨਾ ਅੰਦਰੋਂ ਜਜ਼ਬਾ, ਲਗਨ, ਆਪਾ ਵਾਰਨ ਦੀ ਭਾਵਨਾ ਹੋਏਗੀ, ਉਹਨਾਂ ਇਸ ਕੁਦਰਤ ਦੇ ਵਿੱਚ, ਇਸ ਦੁਨੀਆ ਦੇ ਵਿੱਚ ਮਾਹੌਲ ਪੱਖ ਵਿੱਚ ਵਾਪਰੇਗਾ ਤੇ ਸਫਲਤਾ ਪੱਲੇ ਪਵੇਗੀ। ਆਖੋ ਵਾਹਿਗੁਰੂ। ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਹੈ ਨਾਨਕ ਜੀ, ਮਾਲਕ ਪ੍ਰਭੂ ਜੀ ਜਦੋਂ ਮਨ ਵਿੱਚ ਵਸਦੇ ਨੇ ਤੇ ਫਿਰ ਸੱਚੀ ਹੁੰਦਾ ਸਦੀਵੀ, ਵਡਿਆਈ ਹੁੰਦਾ ਬਖਸ਼ਿਸ਼। ਉਹ ਬਖਸ਼ਿਸ਼ ਮਿਲਦੀ ਹੈ ਜਿਹੜੀ ਸਦਾ ਹੀ ਰਹਿੰਦੀ ਹੈ। ਇੱਥੋਂ ਤੱਕ 17ਵੀਂ ਅਸ਼ਟਪਦੀ, ਅੱਗੋਂ 18ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਆਸਾ ਮਹੱਲਾ ਪਹਿਲਾ, ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ 8 ਪਦਿਆਂ ਦੀ ਅਸ਼ਟਪਦੀ ਹੈ। ਜਿਨੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ। ਜਿਨ੍ਹਾਂ ਨੇ ਰੱਬੀ ਉਪਦੇਸ਼ ਨੂੰ ਮੰਨਿਆ ਨਹੀਂ, ਗਿਆਨ ਰੂਪੀ ਨਾਮ ਹੈ, ਰੱਬੀ ਉਪਦੇਸ਼ ਨੂੰ ਸਮਝਿਆ ਹੀ ਨਹੀਂ, ਜਿਨ੍ਹਾਂ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਚੰਗੀਆਂ ਹੀ ਨਹੀਂ ਲੱਗਦੀਆਂ, ਉਹ ਦੂਜੇ ਪਾਸੇ ਭਟਕ ਗਏ, ਉਲਝ ਗਏ, ਭੁੱਲੇ ਹੋਏ ਨੇ, ਇਸ ਮਾਰਗ ਤੋਂ ਖੁੰਝੇ ਹੋਏ ਨੇ। ਉਹ ਤਾਂ ਇੰਝ ਹੈ ਜਿਵੇਂ ਮੂਲ ਛੋੜ ਡਾਲੀ ਲੱਗੇ, ਕਿਆ ਪਾਵੈ ਛਾਈ। ਜਿਹੜਾ ਮੁੱਢ ਨੂੰ ਛੱਡ ਕੇ ਜੜ ਦਾ ਧਿਆਨ ਨਹੀਂ ਕਰ ਰਿਹਾ, ਮੁੱਢ ਦਾ ਧਿਆਨ ਨਹੀਂ ਕਰ ਰਿਹਾ ਤੇ ਕੇਵਲ ਟਾਹਣੀਆਂ ਨੂੰ ਹੀ ਫੋਕਸ ਕਰ ਰਿਹਾ, ਉਹਦੇ ਪੱਲੇ ਕੀ ਸਵਾਹ ਪਏਗੀ। ਕਿਆ ਪਾਵਾ ਛਾਈ, ਛਾਈ ਹੁੰਦਾ ਸਵਾਹ, ਉਹਦੇ ਪੱਲੇ ਕੀ ਪੈਣਾ ਹੈ। ਇਹ ਕਹਾਵਤ ਹੈ, ਕਿਆ ਪਾਵਾ ਛਾਈ। ਮੂਲ ਹੈ ਰੱਬ, ਮੂਲ ਹੈ ਰੱਬ ਦੇ ਉਪਦੇਸ਼, ਮੂਲ ਹੈ ਰੱਬ ਦਾ ਨਿਜ਼ਮ, ਮੂਲ ਹੈ ਰੱਬ ਦੇ ਗੁਣ, ਮੂਲ ਹੈ ਰੱਬੀ ਗਿਆਨ। ਇਹਨੂੰ ਛੱਡ ਕੇ, ਗੁਣਾਂ ਨੂੰ ਛੱਡ ਕੇ ਔਗਣਾਂ 'ਚ ਉਲਝ ਜਾਵੇ, ਉਪਦੇਸ਼ ਨੂੰ ਛੱਡ ਕੇ ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗ ਜਾਵੇ, ਉਹਦੇ ਪੱਲੇ ਕੀ ਸਵਾਹ ਪੈਣੀ। ਯਾਨੀ ਉਹਦਾ ਜੀਵਨ ਵਿਅਰਥ ਜਾਂਦਾ ਹੈ, ਜ਼ਿੰਦਗੀ 'ਚ ਫੇਲ ਹੋ ਜਾਂਦਾ ਹੈ। ਬਿਨ ਨਾਵੈ ਕਿਉਂ ਛੂਟੀ ਹੈ, ਜੇ ਜਾਣੈ ਕੋਈ। ਉਹ ਰੱਬ ਦੇ ਉਪਦੇਸ਼ ਤੋਂ ਬਿਨਾਂ, ਅਗਰ ਕਿਸੇ ਨੂੰ ਇਹ ਗੱਲ ਸਮਝ ਲੱਗ ਜਾਵੇ, ਜੇ ਜਾਣੈ ਕੋਈ, ਜੇ ਕੋਈ ਇਸ ਗੱਲ ਨੂੰ ਸਮਝ ਲਵੇ ਕਿ ਰੱਬ ਦੇ ਉਪਦੇਸ਼ ਨੂੰ ਮੰਨਣ ਤੋਂ ਬਿਨਾਂ ਸੁਭਾਅ ਦੀਆਂ ਪ੍ਰਵਿਰਤੀਆਂ ਬਦਲਣਗੀਆਂ ਨਹੀਂ ਤੇ ਆਦਤਾਂ ਤੋਂ ਖਹਿੜਾ ਛੁੱਟੇਗਾ ਨਹੀਂ। ਬਿਨ ਨਾਵੈ ਕਿਉਂ ਛੁੱਟੀ ਹੈ, ਜੇ ਜਾਣਾ ਕੋਈ, ਜੇ ਕੋਈ ਸਮਝ ਲਵੇ। ਤੇ ਸਮਝ ਕਿਵੇਂ ਆਉਂਦੀ? ਇਹ ਰਹਾਉ ਪਦਾ ਹੈ। ਗੁਰਮੁਖ ਹੋਏ ਤਾਂ ਛੁੱਟੀ ਹੈ, ਮਨਮੁਖ ਪਤ ਖੋਈ। ਰਹਾਉ ਸੈਂਟਰਲ ਆਈਡੀਆ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਚੰਗੇ ਲੱਗਣ, ਮਨ ਮੰਨਣ ਤੁਰ ਪਵੇ, ਜ਼ਿੰਦਗੀ 'ਚ ਜਿਉਵੇਂ ਤਾਂ ਆਦਤਾਂ ਤੋਂ ਛੁੱਟ ਜਾਏਗਾ। ਜੇ ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗਿਆ ਮਨਮੁਖ ਤੇ ਰੱਬ ਦੀਆਂ ਨਜ਼ਰਾਂ ਵਿੱਚ ਆਪਣੀ ਪੱਤ ਗਵਾ ਲੈਂਦਾ, ਯਾਨੀ ਬਖਸ਼ਿਸ਼ ਨਹੀਂ ਮਿਲਦੀ। ਘਰ ਵੱਡਾ ਹੋ ਗਿਆ, ਪ੍ਰਾਪਰਟੀ ਬਣ ਗਈ, ਪੈਸਾ ਹੋ ਗਿਆ, ਕਾਰੋਬਾਰ ਹੋ ਗਿਆ, ਘਰ ਵਿੱਚ ਏਕਤਾ ਨਹੀਂ, ਬੱਚੇ ਆਗਿਆਕਾਰੀ ਨਹੀਂ, ਘਰ ਵਿੱਚ ਗੁਰਬਾਣੀ, ਗੁਰਮਤ, ਗੁਰਸਿੱਖੀ ਦਾ ਬੋਲਬਾਲਾ ਨਹੀਂ, ਬਖਸ਼ਿਸ਼ ਗਵਾ ਲਈ। ਪੱਤ ਖੋਈ ਦੇ ਅਰਥ ਹੈ ਬਖਸ਼ਿਸ਼ ਗਵਾ ਲਈ ਆਪਣੇ ਜ਼ਿੰਦਗੀ 'ਚੋਂ। ਜਿਨੀ ਏਕੋ ਸੇਵਿਆ ਪੂਰੀ ਮਤ ਭਾਈ। ਜਿਨ੍ਹਾਂ ਨੇ ਉਸ ਇੱਕ ਨੂੰ, ਉਹਦੀ ਸੇਵਾ ਕੀਤੀ। ਸੇਵਾ ਕੀ ਹੈ? ਰੱਬ ਦੀ ਸੇਵਾ, ਰੱਬ ਦੀ ਬਣਾਈ ਹੋਈ ਦੁਨੀਆ ਦੇ ਭਲੇ ਲਈ ਕੁਝ ਕਰਨਾ। ਜਿਹਨੇ ਗੁਰੂ ਸਾਹਿਬ ਨੂੰ ਰੱਬ ਦਾ ਰੂਪ ਸਮਝਿਆ ਤੇ ਗੁਰੂ ਸਾਹਿਬ ਦੀ ਸੇਵਾ ਹੈ ਕੌਮ ਦੀ ਚੜ੍ਹਦੀ ਕਲਾ ਦੇ ਲਈ, ਆਪਾ ਵਾਰ ਕੇ ਕੁਝ ਕਰਨਾ। ਪੂਰੀ ਮਤ ਭਾਈ, ਭਾਈ ਉਹਨਾਂ ਦੀ ਮਤ ਜਿਹੜੀ ਹੈ ਉਹ ਚੰਗੀ ਹੈ, ਉੱਤਮ ਹੈ। ਪੂਰੀ ਦੇ ਅਰਥ ਪਰਫੈਕਟ ਨਹੀਂ ਹੁੰਦਾ, ਪੂਰੀ ਦੇ ਅਰਥ ਹੈ ਉਹ ਪ੍ਰਵਾਨ ਹੈ, ਸਮਾਜ ਨੂੰ ਵੀ ਪ੍ਰਵਾਨ ਹੈ। ਉਹ ਸੋਚ, ਜਿਹੜੀ ਸੋਚ ਰੱਬ ਦੀ ਬਣਾਈ ਦੁਨੀਆ ਦੇ ਭਲੇ ਲਈ ਕੁਝ ਕਰਦੇ ਨੇ, ਜਿਹੜੇ ਗੁਰੂ ਪਾਤਸ਼ਾਹ ਦੀ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਰਦੇ ਨੇ, ਉਹ ਸੋਚ ਸਮਾਜ ਨੂੰ ਵੀ ਪ੍ਰਵਾਨ ਹੁੰਦੀ ਹੈ, ਉਹ ਸੋਚ ਗੁਰੂ ਸਾਹਿਬ ਨੂੰ ਵੀ ਪ੍ਰਵਾਨ ਹੁੰਦੀ ਹੈ, ਉਹ ਰੱਬ ਨੂੰ ਵੀ ਪ੍ਰਵਾਨ ਹੈ। ਆਦ ਜੁਗਾਦ ਨਿਰੰਜਨਾ ਜਨ ਹਰ ਸ਼ਰਨਾਈ। ਉਹ ਜੋ ਅਗੰਮੀ ਸ਼ਕਤੀ ਹੈ, ਜੋ ਸੁਪਰੀਮ ਪਾਵਰ, ਜਿਹਨੂੰ ਰੱਬ ਕਿਹਾ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੀ ਉਹ ਆਦ,
ਜੁਗਾਦ ਜਦ ਤੋਂ ਗਿਣਤੀ ਮਿਣਤੀ ਸ਼ੁਰੂ ਹੋਈ ਜੀ, ਬਿਗ ਬੈਂਗ ਹੋਇਆ, ਗੈਸਾਂ ਹੋਈਆਂ, ਸੋ ਐਂਡ ਸੋ ਜੋ ਵੀ ਥਿਉਰੀ ਦੱਸੀ ਜਾ ਰਹੀ ਹੈ, ਉਦੋਂ ਵੀ ਸੀ, ਹੁਣ ਵੀ ਹੈ। ਉਹਦੀ ਸ਼ਰਨ ਲੈਣਾ, ਸਰੈਂਡਰ ਹੋਣਾ। ਰੱਬ ਦੀ ਸ਼ਰਨ ਲੈਣਾ ਕੀ ਹੈ? ਰੱਬ ਦੇ ਗੁਣਾਂ ਵਾਲਾ ਜੀਵਨ ਜਿਉਣਾ, ਉਹਦੇ ਬਣਾਏ ਹੋਏ ਕੁਦਰਤ ਦੇ ਨਿਜ਼ਮ ਵਿੱਚੋਂ ਉਹਦੇ ਨਿਜ਼ਮ ਨੂੰ ਸਮਝਣਾ ਤੇ ਨਿਜ਼ਮ ਨੂੰ ਫੋਲੋ ਕਰਨਾ। ਕੁਦਰਤ ਦਾ ਨਿਜ਼ਮ ਕੀ ਹੈ? ਕੁਦਰਤ ਦੇ ਵਿੱਚ ਹਵਾ ਹੈ, ਪਾਣੀ ਹੈ, ਪਰਉਪਕਾਰ ਕਰਦੇ ਨੇ, ਦੂਜਿਆਂ ਲਈ ਕੁਝ ਕਰਦੇ ਨੇ। ਉਸ ਨਿਜ਼ਮ ਨੂੰ ਸਮਝਣਾ ਤੇ ਦੂਜਿਆਂ ਲਈ ਕੁਝ ਕਰਨਾ, ਇਹ ਸ਼ਰਨ ਲੈਣਾ ਹੈ। ਹਰ ਵਰਤਾਰੇ 'ਚ ਕੋਈ ਸਿੱਖਿਆ ਮਿਲਦੀ ਹੈ, ਉਸ ਸਿੱਖਿਆ ਨੂੰ ਜ਼ਿੰਦਗੀ 'ਚ ਅਪਣਾਉਣਾ, ਉਹ ਰੱਬ ਦੀ ਸ਼ਰਨ ਹੈ। ਸਾਹਿਬ ਮੇਰਾ ਏਕ ਹੈ, ਅਵਰ ਨਾ ਅਵਰ ਨਹੀਂ ਭਾਈ। ਉਹ ਮਾਲਕ ਇੱਕ ਹੈ। ਉਹ ਆ ਸਾਰੀਆਂ ਜਿਹੜੀਆਂ ਕੁਦਰਤ ਦੀਆਂ ਸ਼ਕਤੀਆਂ ਨੇ, ਨੈਚੁਰਲ ਫੋਰਸਿਸ ਨੇ, ਉਹਨੂੰ ਕੰਟਰੋਲ ਕਰਨ ਵਾਲੀ ਉਹ ਇੱਕੋ ਹੀ ਸ਼ਕਤੀ ਹੈ। ਉਹਦਾ ਕੋਈ ਆਕਾਰ ਨਹੀਂ ਹੈ, ਨਿਰੰਕਾਰ ਹੈ ਉਹ। ਉਹਦੇ ਤੋਂ ਬਿਨਾਂ ਕੋਈ ਦੂਸਰਾ ਨਹੀਂ। ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ। ਜਦੋਂ ਅੰਦਰ ਸੰਤੁਸ਼ਟੀ ਹੁੰਦੀ ਹੈ ਨਾ, ਮਨ ਸੰਤੁਸ਼ਟ ਹੁੰਦਾ ਹੈ, ਅੰਦਰ ਸ਼ੁਕਰਾਨਾ ਹੁੰਦਾ ਹੈ, ਥੈਂਕਸ ਫੀਲਿੰਗ ਹੁੰਦੀ ਹੈ ਵਾਹਿਗੁਰੂ ਜੀ ਪ੍ਰਤੀ, ਤੇ ਉਸ ਸ਼ੁਕਰਾਨੇ ਵਜੋਂ ਦੁਨੀਆ ਦੇ ਲਈ ਆਪਾ ਵਾਰ ਦੇਣਾ, ਹੋਰਾਂ ਲਈ ਆਪਾ ਵਾਰਨ ਦੀ ਭਾਵਨਾ ਦਾ ਇੱਕ ਪ੍ਰੇਮ ਰਸ ਹੁੰਦਾ ਹੈ ਨਾ, ਉਹ ਸਮਝ ਲਓ ਸੁਖ ਪਾ ਲਿਆ, ਅਸਲੀ ਸੁਖ ਹੋਇਆ, ਅੰਦਰੋਂ ਸੁਖੀ ਆ। ਤੇ ਇਹ ਸੁਖ ਜਿਹੜਾ ਹੈ ਨਾ, ਇਹ ਉਹਦੀ ਬਖਸ਼ਿਸ਼ ਨਾਲ ਮਿਲਦਾ। ਯਾਨੀ ਜਦੋਂ ਸੁਖ ਮਿਲਦਾ ਤੇ ਗੁਰੂ ਕੇ ਪਿਆਰਾ ਕਹਿੰਦਾ ਇਹ ਉਹਦੀ ਬਖਸ਼ਿਸ਼ ਹੈ। ਮਿਲਦਾ ਕਿਵੇਂ? ਸਾਚੇ ਪਰਥਾਈ, ਉਹਦਾ ਆਸਰਾ ਲੈ ਕੇ, ਉਹਨੂੰ ਸਰੈਂਡਰ ਹੋ ਕੇ। ਕਿਵੇਂ? ਗੁਰ ਬਿਨ ਕਿਨੇ ਨਾ ਪਾਇਓ, ਕੇਤੀ ਕਹਿ ਕਹਾਏ। ਗੁਰਬਾਣੀ ਅੰਦਰ ਜੋ ਜੀਵਨ ਜਿਉਣ ਦਾ ਗੁਰ ਦਿੱਤਾ ਗਿਆ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਹੈ। ਉਹਨੂੰ ਸਮਝਣਾ, ਮੰਨਣਾ, ਜ਼ਿੰਦਗੀ 'ਚ ਜਿਉਣਾ। ਉਹਦੇ ਤੋਂ ਬਿਨਾਂ ਬਖਸ਼ਿਸ਼ ਦੀ ਪ੍ਰਾਪਤੀ ਨਹੀਂ, ਉਹਦੇ ਤੋਂ ਬਿਨਾਂ ਜੀਵਨ ਸਫਲ ਨਹੀਂ। ਕੀਤੀ ਕਹਿ ਕਹਾਏ, ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ, ਜੋ ਮਰਜ਼ੀ ਦੱਸੀ ਜਾਵੇ। ਹੋਰ ਬਾਕੀ ਜਿਹੜੀਆਂ ਗੱਲਾਂ ਦੱਸੀਆਂ ਗਈਆਂ, ਤੂੰ ਇੱਦਾਂ ਕਰਨੀ, ਆਹ ਹੋ ਜਾਏਗਾ, ਇੱਦਾਂ ਕਰਨੀ, ਆਹ ਹੋ ਜਾਏਗਾ। ਜਿਹੜੀ ਗੱਲ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਉਹ ਗੁਰੂ ਕਾ ਗੁਰਸਿੱਖ ਕਦੀ ਨਹੀਂ ਮੰਨੇਗਾ, ਮੰਨਣਾ ਵੀ ਨਹੀਂ ਚਾਹੀਦਾ। ਇਹ ਜਦੋਂ ਬਖਸ਼ਿਸ਼ ਹੁੰਦੀ ਹੈ, ਆਪ ਦਿਖਾਵੇ ਬਾਟੜੀ, ਸੱਚੀ ਭਗਤ ਦਰੜਾਏ ਬਾਟੜੀ। ਸੋਹਣਾ ਰਸਤਾ, ਗੁਣਾਂ ਵਾਲਾ ਜੀਵਨ ਜਿਉਣਾ, ਜ਼ਿੰਦਗੀ ਬਹੁਤ ਸੋਹਣੇ ਰਸਤੇ ਤੇ ਤੁਰ ਰਹੀ ਹੈ। ਦੂਸਰਿਆਂ ਲਈ ਕੁਝ ਕਰਨਾ, ਪਰਉਪਕਾਰ ਕਰਨਾ, ਸਮਾਜ ਦੇ ਭਲੇ ਲਈ, ਸਮਾਜ ਨੂੰ ਕੁਝ ਚੰਗਾ ਵੰਡਣਾ, ਕੌਮ ਦੀ ਚੜ੍ਹਦੀ ਕਲਾ ਲਈ ਕੋਈ ਚੰਗੀ ਸੋਚ ਵੰਡਣੀ, ਚੰਗਾ ਸੁਭਾਅ ਵੰਡਣਾ, ਆਉਣ ਵਾਲੀ ਪੀੜ੍ਹੀ ਨੂੰ ਚੰਗੇ ਸੰਸਕਾਰ ਦੇਣੇ, ਗੁਰੂ ਵਿਰਸੇ ਦੇ ਵਿੱਚ ਉੱਚ ਮਿਆਰੀ ਕਦਰਾਂ ਕੀਮਤਾਂ ਨੂੰ ਵੰਡਣਾ। ਜਿਹੜਾ ਇਸ ਰਸਤੇ ਤੇ ਜਿਹਦੀ ਜ਼ਿੰਦਗੀ ਤੁਰਦੀ ਹੈ, ਬੜੀ ਸੋਹਣੀ ਬਾਤ ਹੈ, ਤੇ ਸੱਚੀ ਭਗਤੀ ਹੈ ਉਹ। ਫਿਰ ਰੱਬ ਦੀ ਬਖਸ਼ਿਸ਼ ਦੇ ਨਾਲ ਅੰਦਰ ਦ੍ਰਿੜ ਇਰਾਦਾ ਬਣ ਜਾਂਦਾ। ਭਗਤੀ ਦ੍ਰਿੜ ਕਰਵਾਉਂਦੇ ਨੇ ਵਾਹਿਗੁਰੂ ਜੀ ਆਪ। ਮਨਮੁਖ ਜੇ ਸਮਝਾਈਐ ਵੀ ਉੱਜੜ ਜਾਏ। ਜਿਹੜਾ ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗਦਾ ਨਾ, ਉਹਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਜੇ ਕੋਈ ਉਹਨੂੰ ਸਮਝਾਵੇ ਤਾਂ ਉਹ ਉੱਜੜ ਹੀ ਪੈਂਦਾ, ਉਹਨੂੰ ਪੁੱਠਾ ਹੀ ਲੈਂਦਾ ਉਹ। ਕਿਉਂਕਿ ਮਨ ਦੀਆਂ ਮਰਜ਼ੀਆਂ ਵਾਲਾ ਆਪਣੀ ਗੱਲ ਤੇ ਦ੍ਰਿੜ ਖੜਾ ਹੈ। ਦੇਖਣ ਨੂੰ ਲੱਗਦਾ ਉਹ ਸਵਾਲ ਪੁੱਛ ਰਿਹਾ ਹੈ, ਉਹਦੇ ਅੰਦਰ ਪਹਿਲਾਂ ਹੀ ਜਵਾਬ ਬਣਿਆ ਹੋਇਆ। ਉਹ ਸਵਾਲ ਦਾ ਜਵਾਬ ਲੈਣਾ ਹੀ ਨਹੀਂ ਚਾਹੁੰਦਾ। ਅੱਜ ਦੇ ਯੁੱਗ ਵਿੱਚ ਸਾਨੂੰ ਡਿਸਕਸ਼ਨ ਕਰਨੀ ਨਹੀਂ ਆਈ, ਕਿਉਂਕਿ ਅਸੀਂ ਹਰ ਸਵਾਲ ਦਾ ਜਵਾਬ ਪਹਿਲਾਂ ਹੀ ਬਣਾਈ ਬੈਠੇ ਹਾਂ ਅੰਦਰ, ਤੇ ਅਸੀਂ ਆਪਣੇ ਜਵਾਬ ਮੁਤਾਬਕ ਹੀ ਜਵਾਬ ਲੱਭਣਾ ਚਾਹੁੰਦੇ ਹਾਂ, ਉਹਦੇ ਉਲਟ ਤਾਂ ਸੁਣਨਾ ਹੀ ਨਹੀਂ ਚਾਹੁੰਦੇ। ਇਸੇ ਲਈ ਸਿੱਖਣ ਦੀ ਬਿਰਤੀ ਨਹੀਂ, ਜਿੰਨਾ ਚਿਰ ਸਿੱਖਣ ਦੀ ਪ੍ਰਵਿਰਤੀ ਨਹੀਂ, ਉਹਨਾਂ ਚਿਰ ਸਾਨੂੰ ਸਵਾਲ ਕਰਨੇ ਨਹੀਂ ਆਉਣਗੇ, ਸਵਾਲਾਂ ਦੇ ਜਵਾਬ ਲੱਭਣੇ ਨਹੀਂ ਆਉਣਗੇ, ਤੇ ਇਹ ਮਨ ਦੀਆਂ ਮਰਜ਼ੀਆਂ ਚੱਲਦੀਆਂ ਰਹਿਣਗੀਆਂ। ਜਿੰਨਾ ਮਰਜ਼ੀ ਸਮਝਾ ਲਓ, ਉਹ ਉਜੜ ਪਵੇਗਾ। ਮਨ ਦੀ ਮਰਜ਼ੀ ਛੱਡਣੀ ਪਵੇਗੀ। ਬਿਨ ਹਰ ਨਾਮ ਨਾ ਛੂਟਸੀ, ਮਰ ਨਰਕ ਸਮਾਏ। ਰੱਬ ਦਾ ਨਾਮ, ਰੱਬ ਦਾ ਉਪਦੇਸ਼ ਹੈ, ਗੁਰਬਾਣੀ ਦੀਆਂ ਸਿੱਖਿਆਵਾਂ, ਉਹਨੂੰ ਜ਼ਿੰਦਗੀ 'ਚ ਪ੍ਰੈਕਟੀਕਲ ਜਿਉਣਾ ਹੈ। ਫਿਰ ਧਿਆਨ ਨਾਲ ਸੰਬੰਧਿਤ ਰੱਬ ਦਾ ਨਾਮ, ਉਹਦੀ ਹੋਂਦ ਨੂੰ ਮਹਿਸੂਸ ਕਰਨਾ, ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ, ਇਹ ਵੀ ਉਹਦਾ ਨਾਮ ਹੈ। ਕੁਦਰਤ ਦੇ ਵਰਤਾਰਿਆਂ ਵਿੱਚੋਂ ਉਹਦੇ ਨਿਜ਼ਮ ਨੂੰ ਸਮਝਣਾ। ਪਾਣੀ ਕੋਲੇ ਨਿਮਰਤਾ ਹੈ, ਇਹ ਉਹਦਾ ਨਿਜ਼ਮ ਹੈ। ਹਵਾ ਕੋਲੇ ਪਰਉਪਕਾਰ ਹੈ, ਉਹਦਾ ਨਿਜ਼ਮ ਹੈ। ਗੁਣਾਂ ਨੂੰ ਵੰਡ ਰਹੇ ਨੇ, ਬ੍ਰਿਕਸ਼ ਆਕਸੀਜਨ ਦੇ ਰਹੇ ਨੇ, ਅਸੀਂ ਵੀ ਕੁਝ ਦੇਈਏ। ਉਸ ਨਿਜ਼ਮ ਨੂੰ ਫੋਲੋ ਕਰਨਾ,
ਇਨਾਮ ਹੈ। ਇਹਦੇ ਤੋਂ ਬਿਨਾਂ ਆਦਤਾਂ ਤੋਂ ਨਹੀਂ ਛੁੱਟ ਸਕੇਗਾ। ਮੁਕਤੀ ਆਦਤਾਂ ਤੋਂ ਪ੍ਰਾਪਤ ਕਰਨੀ ਹੈ। ਜੀਵਨ ਮੁਕਤ ਦਾ ਮਾਰਗ ਹੈ। ਜਿਹਨੇ ਰੱਬ ਦੇ ਨਾਮ ਨੂੰ, ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਨੂੰ, ਰੱਬੀ ਉਪਦੇਸ਼ ਨੂੰ, ਨਿਜ਼ਮ ਨੂੰ ਫੋਲੋ ਨਹੀਂ ਕੀਤਾ, ਰੱਬ ਦੇ ਨਾਮ ਨੂੰ ਜ਼ਿੰਦਗੀ 'ਚ ਨਹੀਂ ਲਿਆਇਆ, ਆਪਣੀ ਮਨ ਦੀਆਂ ਮਰਜ਼ੀਆਂ ਦੀ ਆਦਤ ਵਿੱਚ ਫਸਿਆ ਰਿਹਾ, ਉਹਦੇ ਅੰਦਰ ਗੁਣ ਮਰਦੇ ਨੇ, ਆਤਮਿਕ ਮੌਤ ਮਰ ਕੇ ਉਹ ਜ਼ਿੰਦਗੀ ਨੂੰ ਤੇ ਆਪਣੇ ਘਰ ਨੂੰ ਨਰਕ ਬਣਾ ਲੈਂਦੇ ਨੇ। ਨਰਕ ਸਮਾਏ ਜਨਮ ਮਰੈ ਪਰਮਾਈਐ, ਹਰ ਨਾਮ ਨਾ ਲੇਵੈ। ਜਨਮ ਮਰੈ, ਅੰਦਰ ਜਨਮ ਮਰਨ ਚੱਲਦਾ ਹੈ। ਗੁਣਾਂ ਦੀ ਮੌਤ ਹੋ ਜਾਂਦੀ ਹੈ, ਔਗਣ ਦਾ ਜਨਮ ਹੋ ਜਾਂਦਾ ਹੈ। ਚੰਗਾ ਭਲਾ ਬੈਠਾ ਸਹਿਨਸ਼ੀਲਤਾ ਵਿੱਚ, 1 ਸੈਕਿੰਡ ਵਿੱਚ ਸਹਿਨਸ਼ੀਲਤਾ ਦੀ ਮੌਤ ਹੋ ਜਾਂਦੀ ਹੈ, ਕ੍ਰੋਧ ਦਾ ਜਨਮ ਹੋ ਜਾਂਦਾ ਹੈ। ਚੰਗੀ ਭਲੀ ਕਿਸੇ ਨਾਲ ਪਿਆਰ ਚੱਲ ਰਿਹਾ ਹੈ, 1 ਸੈਕਿੰਡ ਵਿੱਚ ਨਫ਼ਰਤ ਦਾ ਜਨਮ ਹੋ ਜਾਂਦਾ ਹੈ। ਇਹ ਜਿਹੜਾ ਅੰਦਰਲਾ ਜਨਮ ਮਰਨ ਹੈ, ਇਹ ਹਮੇਸ਼ਾ ਜ਼ਿੰਦਗੀ ਨੂੰ ਭਰਮਾਉਂਦਾ ਹੈ, ਭਟਕਣਾ ਵਿੱਚ ਪਾਉਂਦਾ ਹੈ ਤੇ ਰੱਬ ਦੇ ਨਾਮ ਦੇ ਫਿਰ ਨੇੜੇ ਨਹੀਂ ਲੈਂਦਾ। ਹਰ ਨਾਮ ਨਾ ਲੇਵੈ, ਉਹਨੂੰ ਰੱਬੀ ਉਪਦੇਸ਼ ਚੰਗੇ ਨਹੀਂ ਲੱਗਦੇ, ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਟਿਕਣਾ ਨਹੀਂ ਆਉਂਦਾ, ਉਹ ਨਿਜ਼ਮ ਨਹੀਂ ਫੋਲੋ ਕਰਦਾ। ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵਾ। ਜਿੰਨਾ ਚਿਰ ਗੁਰ ਸਰੂਪ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਸੇਵਾ ਨਹੀਂ ਕਰੇਗਾ, ਮੰਨਣਾ ਹੀ ਸੇਵਾ ਹੈ, ਉਸਨੂੰ ਜਿਉਣਾ ਹੀ ਸੇਵਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਉਪਦੇਸ਼ ਦੀ ਵਿਚਾਰ ਕਰਨੀ, ਇਹਦਾ ਮੈਨੂੰ ਕੀ ਫਾਇਦਾ ਹੈ, ਤੇ ਉਸ ਨੂੰ ਜ਼ਿੰਦਗੀ ਵਿੱਚ ਅਪਣਾ ਲੈਣਾ। ਇਹਦੇ ਤੋਂ ਬਿਨਾਂ ਇਹ ਜਿਹੜੀ ਕੀਮਤ ਹੈ ਨਾ ਇਸ ਜੀਵਨ ਦੀ, ਰੱਬ ਦੇ ਉਪਦੇਸ਼ਾਂ ਦੀ, ਰੱਬ ਦੇ ਗੁਣਾਂ ਦੀ, ਉਹਨੂੰ ਵੈਲਿਊ ਹੀ ਨਹੀਂ ਸਮਝ ਆਉਂਦੀ। ਤਾਂ ਕਿ ਕੀਮਤ ਨਾ ਪਵੇ। ਜੇ ਹੀ ਸੇਵ ਕਰਾਈਐ ਕਰਨੀ ਪੀਸਾਈ। ਜਿਸ ਤਰ੍ਹਾਂ ਦੀ ਮਨ ਸੇਵਾ ਕਰਦਾ, ਭਾਵ ਮਨ ਜਿਸ ਤੋਂ ਪ੍ਰਭਾਵਿਤ ਹੁੰਦਾ ਹੈ, ਉਸ ਤਰ੍ਹਾਂ ਦੇ ਮਨ ਦੇ ਵਿਚਾਰ ਬਣਦੇ ਨੇ, ਅੰਦਰ ਸੋਚ ਬਣਦੀ ਹੈ, ਉਸ ਤਰ੍ਹਾਂ ਦੀ ਉਹਦੀ ਕਰਨੀ, ਉਸ ਤਰ੍ਹਾਂ ਦਾ ਜੀਵਨ ਬਣ ਜਾਂਦਾ। ਮਨ ਕੀ ਤੋਂ ਪ੍ਰਭਾਵਿਤ ਹੈ? ਕੁਸੰਗ ਤੋਂ ਕਿ ਸਤਸੰਗ ਤੋਂ? ਮਨ ਲੋਕ ਲਾਜ ਤੋਂ ਪ੍ਰਭਾਵਿਤ ਹੈ ਜਾਂ ਗੁਰੂ ਪਾਤਸ਼ਾਹ ਤੋਂ ਪ੍ਰਭਾਵਿਤ ਹੈ? ਆਪ ਕਰੇ ਕਿਸ ਆਖੀਐ ਵੇਖੈ ਵਡਿਆਈ। ਪਿਆਰਿਓ, ਉਹ ਆਪ ਹੀ ਉਹਨੇ ਨਿਜ਼ਮ ਬਣਾਇਆ, ਉਹਦੇ ਨਿਜ਼ਮ ਦੇ ਵਿੱਚ ਉਹਦਾ ਨਿਜ਼ਮ ਸਾਡੀ ਸੰਭਾਲ ਕਰ ਰਿਹਾ ਹੈ। ਇਹਨੂੰ ਕਹਿੰਦੇ ਨੇ ਰੱਬ ਸਾਨੂੰ ਵੇਖ ਰਿਹਾ ਹੈ, ਸਾਡੀ ਸੰਭਾਲ ਕਰ ਰਿਹਾ ਹੈ। ਇਹ ਉਹਦਾ ਵੱਡਾਪਣ ਹੈ, ਬਹੁਤ ਵੱਡਾ ਨੈਟਵਰਕ ਹੈ, ਇਨਫੀਨਾਈਟ। ਉਹਦੇ ਨੈਟਵਰਕ ਵਿੱਚ ਉਹਦਾ ਨਿਜ਼ਮ, ਉਹਦੇ ਗੁਣ ਸਾਡੇ ਜੀਵਨ ਦੀ ਸੰਭਾਲ ਕਰਦੇ ਨੇ, ਸਾਡੇ ਜੀਵਨ ਨੂੰ ਦਿਸ਼ਾ ਦਿੰਦੇ ਨੇ, ਬਸ਼ਰਤੇ ਕਿ ਅਸੀਂ ਉਸ ਹਰ ਵਰਤਾਰੇ ਵਿੱਚੋਂ ਰੱਬ ਦੇ ਸਤਿਗੁਰ ਸਰੂਪ ਨੂੰ, ਸੱਚੇ ਗਿਆਨ ਨੂੰ ਸਮਝੀਏ। ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਸ ਨੂੰ ਸਮਝਣ ਦਾ ਯਤਨ ਕਰੀਏ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ। ਉਹ ਜੋ ਗੁਰ ਕੀ ਸੇਵਾ ਹੈ ਨਾ, ਉਪਦੇਸ਼ ਨੂੰ ਮੰਨਣਾ, ਜ਼ਿੰਦਗੀ 'ਚ ਜਿਉਣਾ, ਉਹਦੇ ਵਿੱਚ ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਦੇ ਸ਼ੁਕਰਾਨੇ ਵਿੱਚ ਕੌਮ ਦੀ ਚੜ੍ਹਦੀ ਕਲਾ ਲਈ ਦੁਨੀਆ ਨੂੰ ਕੁਝ ਵੰਡਣਾ, ਚੰਗਾ ਵੰਡਣਾ, ਉਹਨਾਂ ਦੇ ਜ਼ਿਹਨ ਵਿੱਚ ਚੰਗਾ ਸਮਾਉਣਾ, ਉਹਨਾਂ ਦੇ ਜ਼ਿਹਨ ਵਿੱਚ ਅਸਲੀ ਗੁਰਮਤ ਤੱਤ ਬਿਠਾਉਣਾ। ਇਹ ਜਿਹੜੇ ਤੁਰਦੇ ਨੇ ਉਹ ਦਾਵਾ ਨਹੀਂ ਕਰਦੇ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਹੁੰਦਾ ਹੈ। ਇਸ ਭਾਵਨਾ ਵਿੱਚ ਜਿਉਂਦੇ ਨੇ। ਨਾਨਕ ਸਿਰ ਦੇ ਛੂਟੀ ਹੈ ਦਰਗਾਹ ਪਤ ਪਾਏ। ਸਿਰ ਦੇ ਅਰਥ ਹੈ ਮਤ, ਆਪਣੀ ਸੋਚ ਛੱਡਣੀ ਪਵੇਗੀ। ਆਪਣੀ ਸੋਚ ਛੱਡ ਕੇ ਆਦਤਾਂ ਤੋਂ ਮੁਕਤ ਹੁੰਦਾ ਏ, ਛੁੱਟੀ ਹੈ। ਫਿਰ ਰੱਬ ਦੀਆਂ ਨਜ਼ਰਾਂ ਵਿੱਚ ਪਤ ਮਿਲਦੀ ਹੈ, ਭਾਵ ਬਖਸ਼ਿਸ਼ ਮਿਲਦੀ ਹੈ। ਫਿਰ ਵਾਹਿਗੁਰੂ ਜੀ ਐਸੇ ਵਰਤਾਰੇ ਵਰਤਾਉਂਦੇ ਨੇ, ਘਰ ਵਿੱਚ, ਬੱਚਿਆਂ ਵਿੱਚ, ਜੀਵਨ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਭਰ ਦਿੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ। ਜਿੰਨੀ ਕੁ ਗੁਰਬਾਣੀ ਸਮਝੀਏ, ਉਹਨੂੰ ਜ਼ਿੰਦਗੀ 'ਚ ਜਿਉਈਏ, ਪਰਉਪਕਾਰੀ ਬਣੀਏ, ਕੌਮ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਵਾਰੀਏ। ਹਰ ਨੌਜਵਾਨ ਵੀਰ ਭੈਣਾਂ ਆਪਣੇ ਅੰਦਰਲੀ ਕਲਾ ਨੂੰ ਪਛਾਣੋ। ਜਿਹੜੀ ਵੀ ਕਲਾ ਤੁਹਾਡੇ ਕੋਲੇ ਰੱਬ ਨੇ ਦਿੱਤੀ ਹੈ, ਤੁਸੀਂ ਜੋ ਕੁਝ ਕਰ ਸਕਦੇ ਹੋ, ਆਪਣੀ ਕੈਪੇਬਿਲਿਟੀ ਦੇਖੋ, ਆਪਣੀ ਤੁਸੀਂ ਸਮਰੱਥਾ ਦੇਖੋ, ਕੀ ਕਰ ਸਕਦੇ ਹੋ। ਉਹਨੂੰ ਕੌਮ ਦੀ ਚੜ੍ਹਦੀ ਕਲਾ ਲਈ ਕਰਨ ਤੋਂ ਪਹਿਲਾਂ ਪ੍ਰੋਜੈਕਟ ਫਾਈਲ ਬਣਾਓ, ਜ਼ਿੰਦਗੀ ਦਾ ਇੱਕ ਬੈਲੈਂਸ ਬਣਾਓ। ਇੰਨਾ ਕੁ ਪਰਿਵਾਰ ਲਈ ਕਰਨਾ ਹੈ, ਬੱਚਿਆਂ ਲਈ ਕਰਨਾ ਹੈ, ਅਤੇ ਇੰਨਾ ਗੁਰੂ ਦੀ ਕੌਮ ਦੇ ਲਈ ਕਰਨਾ ਹੈ। ਇੰਨਾ ਕੁ ਸਮਾਂ ਗੁਰੂ ਪਾਤਸ਼ਾਹ ਦੀ ਕੌਮ ਦੇ ਲਈ ਵਲੰਟਰੀ ਸਰਵਿਸ ਵਾਸਤੇ, ਸੇਵਾ ਦੇ ਲਈ ਕੱਢਣਾ ਹੈ। ਸੇਵਾ ਕੌਮ ਦੀ ਚੜ੍ਹਦੀ ਕਲਾ ਲਈ ਪਿਆਰਿਓ, ਕੌਮ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰਨੇ ਨੇ। ਸਭ ਤੋਂ ਉੱਤਮ ਕਾਰਜ ਹੈ ਆਉਣ ਵਾਲੀ ਪੀੜ੍ਹੀ, ਬੱਚਿਆਂ ਦੇ ਅੰਦਰ ਗੁਰੂ ਵਿਰਸੇ ਦੀਆਂ ਉੱਚ ਮਿਆਰੀ ਕਦਰਾਂ ਕੀਮਤਾਂ ਉਹਨਾਂ ਦੇ ਅੰਦਰ ਉਕਰ ਦੇਣੀਆਂ।
ਉਹਨਾਂ ਨੂੰ ਮਾਂ ਬੋਲੀ ਗੁਰੂ ਬੋਲੀ ਨਾਲ ਜੋੜ ਦੇਣਾ, ਉਹਨਾਂ ਨੂੰ ਗੁਰਬਾਣੀ ਦੇ ਵਿੱਚੋਂ ਗੁਰੂ ਦੀ ਸੋਚ ਸਮਝਾ ਕੇ ਉਹਨਾਂ ਦੇ ਜ਼ਿਹਨ ਵਿੱਚ ਬਿਠਾ ਦੇਣੀ। ਸਾਰੇ ਰਲ ਮਿਲ ਕੇ ਕਲੈਕਟਿਵ ਐਫਰਟਸ ਹੋਣ, ਕਲੈਕਟਿਵ ਕੌਨਸ਼ੀਅਸਨੈਸ ਜਗਾਈ ਜਾਵੇ, ਸਮੂਹਿਕ ਚੇਤਨਾ ਜਗਾਈ ਜਾਵੇ, ਉਹਦੇ 'ਚੋਂ ਸਮੂਹਿਕ ਯਤਨ ਹੋਣ ਤੇ ਫਿਰ ਨਜ਼ਾਰਾ ਝੂਲ ਤੇ ਨਿਸ਼ਾਨ ਰਹਿ ਪੰਥ ਮਹਾਰਾਜ ਕੇ ਉਹ ਇੱਕ ਵਿਜ਼ਨ ਬਣ ਜਾਂਦਾ ਹੈ, ਮਿਸ਼ਨ ਬਣ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ। ਪੜ੍ਹੀ ਸੁਣੀ ਗੁਰਬਾਣੀ ਜ਼ਿੰਦਗੀ ਦੇ ਵਿੱਚ ਜਿਉਈਏ। ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਉਡੀਕਦੇ ਹੋ, ਪਰਿਵਾਰ ਨਾਲ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹੋ, ਹੋਰਨਾਂ ਨੂੰ ਪ੍ਰੇਰਿਤ ਕਰਦੇ ਰਹੋ। ਕੱਲ੍ਹ ਨੂੰ ਫਿਰ 421 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਭੁੱਲਾਂ ਚੁੱਕਾਂ ਦੀ ਖਿਮਾ ਜੀ। ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ